शरण आवे तिस कंठ लावे इहो विरद स्वामी संदा। इन्हां दा तां धर्म है भाई, ਜਿਹੜਾ ਵੀ ਸ਼ਰਨ ਵਿੱਚ ਚੱਲ ਕੇ ਆ ਜਾਂਦਾ ਹੈ ਉਹਦੀ ਸਹਾਇਤਾ ਕਰਦੇ ਆ। ਤੇ ਜਿਸ ਜੀਵ ਉੱਤੇ ਗੁਰੂ ਸਾਹਿਬ ਖੁਸ਼ ਹੋ ਜਾਂਦੇ ਆ, ਪ੍ਰਸੰਨ ਹੋ ਜਾਂਦੇ ਆ, ਉਹਨੂੰ ਫਿਰ ਸਿੱਖੀ ਦਾ ਦਾਨ ਬਖਸ਼ਿਸ਼ ਕਰਦੇ ਨੇ। ਉਹਦੇ ਘਰ ਦਾਤਾਂ ਦੇ ਨਾਲ ਭਰ ਦਿੰਦੇ ਆ। ਤੇ ਜਿਸ ਤਰ੍ਹਾਂ ਸਾਧ ਸੰਗਤ ਜੀ ਵਿਸਾਖੀ ਦਾ ਦਿਹਾੜਾ ਆ ਰਿਹਾ ਹੈ ਤੇ ਸਤਿਗੁਰੂ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਬਹੁਤ ਵੱਡਾ ਪਰ ਉਪਕਾਰ ਇਸ ਜਗਤ ਦੇ ਅੰਦਰ ਕੀਤਾ। ਤੇ ਜੋ ਵਚਨ ਆਉਂਦੇ ਆ, ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ, ਹਰ ਸਿਮਰਤ ਅਨੰਤ ਅਨੰਤਾ। ਕਿ ਭਾਈ ਅੰਮ੍ਰਿਤ ਛਕਣਾ ਕਰੋ ਤੇ ਤੁਸੀਂ ਸदैवी ਕਾਲ ਦੇ ਲਈ ਸੁੱਖ ਪਾਓਗੇ, ਸੁੱਖ ਦੀ ਪ੍ਰਾਪਤੀ ਕਰੋਗੇ। ਤੇ ਜਿਵੇਂ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਬਚਨ ਆਉਂਦੇ ਆ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਦੇ ਮਹਾਂਵਾਕਾਂ ਦੇ ਅਨੁਸਾਰ ਗੁਰਬਾਣੀ ਦੇ ਰਾਹੀਂ ਹੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਤੇ ਜਿਨ੍ਹਾਂ ਤੇ ਆਪ ਜੀ ਦੀ ਖੁਸ਼ੀ ਹੋਈ, ਕਿਰਪਾ ਹੋਈ, ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੇ ਵਿੱਚ ਮਿਲਾਇਆ। ਤੇ ਜੋ ਦੁਨੀਆ ਵਿੱਚ ਨਿਗੋਰਾਪਨ ਹੈ ਉਸ ਨੂੰ ਆਪ ਜੀ ਨੇ ਦੂਰ ਕਰ ਦਿੱਤਾ। ਜਿਵੇਂ ਆਪ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਇੱਥੇ ਚਰਨ ਪਾਏ, ਬੇਅੰਤ ਸੰਗਤਾਂ ਦਾ ਉਧਾਰ ਕੀਤਾ, ਗੁਰੂ ਕੀ ਕਾਸ਼ੀ ਦਾ ਵਰ ਦਿੱਤਾ, ਪਾਵਨ ਪਵਿੱਤਰ ਗੁਰਬਾਣੀ ਨੂੰ ਉਚਾਰਨ ਕਰਕੇ ਇੱਥੇ ਆਪ ਜੀ ਨੇ ਲਿਖਵਾਉਣਾ ਕੀਤੀ। ਉੱਥੇ ਹੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਤੇ ਬੇਅੰਤ ਸੰਗਤਾਂ ਛਕ ਕੇ ਗੁਰੂ ਕੀ ਖੁਸ਼ੀ ਪ੍ਰਾਪਤ ਕਰਦੀ। ਤੇ ਜਿਵੇਂ ਭਾਈ ਆਦਮ ਜੀ ਹੋਏ, ਜਿਨ੍ਹਾਂ ਨੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ ਬਹੁਤ ਸੇਵਾ ਕੀਤੀ, ਤੇ ਉਹਨਾਂ ਦੇ ਘਰ ਭਾਈ ਭਗਤੂ ਜੀ ਦਾ ਜਨਮ ਹੋਇਆ। ਤੇ ਅਗਾਹਾਂ ਉਹਨਾਂ ਦੀ ਅੰਸ਼ ਕੁੱਲ ਚੱਲੀ, ਤਾਂ ਜਿਹਦੇ ਵਿੱਚੋਂ ਭਾਈ ਰਾਮ ਸਿੰਘ ਹੋਰੀ ਗੁਰੂ ਕੀ ਸ਼ਰਨ ਵਿੱਚ ਆਏ, ਭਾਈ ਦਇਆਲ ਦਾਸ ਜੀ ਗੁਰੂ ਕੀ ਸ਼ਰਨ ਵਿੱਚ ਆਏ। ਜਦੋਂ ਭਾਈ ਰਾਮ ਸਿੰਘ ਹੋਰੇ ਆਏ, ਉਹਨਾਂ ਨੂੰ ਗੁਰੂ ਕਾ ਬਚਨ ਹੋਇਆ ਤੇ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਪਰ ਜਦੋਂ ਭਾਈ ਦਇਆਲ ਦਾਸ ਜੀ ਨੂੰ ਗੁਰੂ ਸਾਹਿਬ ਦਾ ਬਚਨ ਹੋਇਆ ਕਿ ਇਹ ਜਿੰਨੇ ਵੀ ਭਾਈ ਭਗਤੂ ਦੀ ਵੰਸ਼ ਚੋਂ ਨੇ, ਇਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਹੁਣ ਤੁਸੀਂ ਵੀ ਛਕ ਲਓ। ਪਰ ਉਸ ਸਮੇਂ ਭਾਈ ਦਇਆਲ ਦਾਸ ਜੀ ਨੇ ਨੀਵੀਂ ਪਾ ਲਈ ਸੀ ਤੇ ਭਾਈ ਦਇਆਲ ਦਾਸ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਸੀ ਛਕਿਆ। ਤੇ ਉਸ ਸਮੇਂ ਉਹ ਫਿਰ ਨਿਗੋਰਾ ਰਹਿ ਗਿਆ ਸੀ। ਤੇ ਜਿਵੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਸ ਤੋਂ ਬਾਅਦ ਬਠਿੰਡੇ ਦਾ ਜੋ ਕਿਲ੍ਹਾ ਹੈ ਉਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਰਨ ਪਾਏ। ਤੇ ਜਦੋਂ ਆਪ ਜੀ ਵਾਪਸ ਆਉਂਦੇ ਨੇ ਤੇ ਉਦੋਂ
ਰਸਤੇ ਵਿੱਚ ਭਾਈ ਰਾਮ ਸਿੰਘ ਜੀ ਦਾ ਨਗਰ ਆਇਆ। ਭਾਈ ਰਾਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਦੀ ਸਮੂਹ ਸਿੰਘਾਂ ਦੇ ਸਮੇਤ ਬਹੁਤ ਸੇਵਾ ਕੀਤੀ। ਬੇਨਤੀ ਕੀਤੀ, ਮਹਾਰਾਜ ਦਾਸ ਦੇ ਘਰ 'ਚ ਚਰਨ ਪਾਓ। ਗੁਰੂ ਸਾਹਿਬ ਨੇ ਚਰਨ ਵੀ ਪਾਏ। ਭਾਈ ਰਾਮ ਸਿੰਘ ਜੀ ਨੂੰ ਨਿਹਾਲ ਕੀਤਾ। ਉਸ ਤੋਂ ਬਾਅਦ ਭਾਈ ਦਿਆਲ ਦਾਸ ਜੀ ਦਾ ਨਗਰ ਕੁਚੋਕੇ ਨਗਰ ਜਦੋਂ ਆਇਆ, ਉਹਦੇ ਮਨ ਵਿੱਚ ਵੀ ਭਾਵਨਾ ਸਰਧਾ ਆਈ ਕਿ ਮੈਂ ਗੁਰੂ ਕਾ ਬਚਨ ਤਾਂ ਨਹੀਂ ਮੰਨ ਸਕਿਆ, ਪਰ ਗੁਰੂ ਕੀਆਂ ਸੰਗਤਾਂ ਵਾਸਤੇ ਮੈਂ ਲੰਗਰ ਤਿਆਰ ਕਰਕੇ ਸਤਿਗੁਰੂ ਜੀ ਨੂੰ ਛਕਾਵਾਂ। ਤੇ ਜਿਸ ਸਮੇਂ ਅੱਗੋਂ ਮਿਲਣ ਵਾਸਤੇ ਆਇਆ, ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਝੁਕਾਇਆ, ਪਰ ਗੁਰੂ ਸਾਹਿਬ ਜੀ ਨੇ ਉਹਨਾਂ ਵੱਲ ਤੱਕਿਆ ਨਹੀਂ। ਉਹਨਾਂ ਦੇ ਨਾਲ ਕੋਈ ਬਚਨ ਵਿਲਾਸ ਹੀ ਨਹੀਂ ਕੀਤਾ। ਤੇ ਸਾਧ ਸੰਗਤ ਜੀਓ, ਜਦੋਂ ਬਚਨ ਵਿਲਾਸ ਨਾ ਕੀਤਾ ਤੇ ਭਾਈ ਰਾਮ ਸਿੰਘ ਜੀ ਬੇਨਤੀ ਕਰਨ ਲੱਗੇ ਕਿ ਸਤਿਗੁਰੂ ਮਹਾਰਾਜ, ਇਹ ਵੀ ਜੋ ਲੰਮੇ ਸਮੇਂ ਤੋਂ ਲਾ ਕੇ ਆਪ ਜੀ ਦੇ ਦਰ ਦੀ ਸਾਰਾ ਪਰਿਵਾਰ ਸੇਵਾ ਕਰਦੇ ਆ, ਇਹ ਸਾਡੇ ਹੀ ਪਰਿਵਾਰ ਦੇ ਵਿੱਚੋਂ ਹਨ ਸਾਰੇ। ਨਾ ਇਹ ਕੋਈ ਤੰਬਾਕੂ ਵਰਤਦੇ ਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਹੋਰ ਇਹਨਾਂ ਦੇ ਵਿੱਚ ਕੋਈ ਗੁਨਾਹ ਹੈ। ਇਹਨਾਂ ਨੇ ਕੇਸ ਵੀ ਰੱਖੇ ਹੋਏ ਆ ਤੇ ਆਪ ਆਪਣੇ ਪੁਰਾਣੇ ਸਮੇਂ ਤੋਂ ਸਿੱਖ ਸੇਵਕ ਸਮਝ ਕੇ ਇਹਨਾਂ ਦੀ ਸੇਵਾ ਪ੍ਰਵਾਨ ਕਰੋ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੋਇਆ, ਨਹੀਂ ਭਾਈ, ਇਹ ਨਿਗੋਰਾ ਹੈ, ਇਹ ਗੁਰੂ ਵਾਲਾ ਨਹੀਂ ਬਣਿਆ, ਇਸ ਕਰਕੇ ਅਸੀਂ ਇਹਦੀ ਕੋਈ ਵੀ ਸੇਵਾ ਪ੍ਰਵਾਨ ਨਹੀਂ ਕਰਾਂਗੇ। ਇੱਥੋਂ ਤੱਕ ਸਾਧ ਸੰਗਤ ਜੀ ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਜਿੱਥੇ ਦਾ ਨਗਰ ਹੈ ਤੇ ਜਦੋਂ ਘੋੜੇ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਸੀ ਤੇ ਘੋੜੇ ਨੇ ਜਲ ਛਕਣਾ ਸੀ ਤੇ ਜੋ ਤਲਾਬ ਸੀ, ਘੋੜਾ ਉਹਦੇ ਵਿੱਚ ਪ੍ਰਵੇਸ਼ ਵੀ ਕਰਿਆ, ਥੋੜਾ ਗੋਡੇ ਤੱਕ ਪਾਣੀ ਆ ਗਿਆ ਤੇ ਜਿਸ ਸਮੇਂ ਜਲ ਛਕਣ ਲੱਗਿਆ ਤੇ ਛਕਣ ਤੋਂ ਘੋੜੇ ਨੇ ਵੀ ਮਾਨੋ ਇਨਕਾਰ ਕਰ ਦਿੱਤਾ, ਘੋੜੇ ਨੇ ਜਲ ਨਹੀਂ ਛਕਿਆ। ਤੇ ਜਦੋਂ ਗੁਰੂ ਸਾਹਿਬ ਨੂੰ ਪੁੱਛਿਆ, ਮਹਾਰਾਜ ਇਹ ਘੋੜਾ ਜਲ ਕਿਉਂ ਨਹੀਂ ਛਕਦਾ? ਤੇ ਮਹਾਰਾਜ ਜੀ ਦਾ ਸੁਤੇ ਸਿੱਧ ਬਚਨ ਹੋਇਆ, ਭਾਈ ਇੱਥੋਂ ਦਾ ਇੱਕ ਨਿਗੋਰਾ ਭਾਈ ਦਿਆਲ ਦਾਸ ਹੈ, ਜਿਹੜਾ ਹਜੇ ਤੱਕ ਗੁਰੂ ਵਾਲਾ ਨਹੀਂ ਬਣਿਆ, ਖੰਡੇ ਬਾਟੇ ਦਾ ਉਹਨੇ ਅੰਮ੍ਰਿਤ ਨਹੀਂ ਛਕਿਆ। ਇਹ ਉਹਦਾ ਇਲਾਕਾ ਹੈ। ਇਸ ਜਲ ਦੇ ਵਿੱਚੋਂ ਵੀ ਨਿਗੁਰੇਪਣ ਦੀ ਬਦਬੂ ਆਉਂਦੀ ਆ, ਇਸ ਕਰਕੇ ਸਾਡਾ ਘੋੜਾ ਪਿਆਸ ਤਾਂ ਸਹਿ ਲੇਗਾ ਪਰ ਉਹਦਾ ਇਹ ਜਲ ਨਹੀਂ ਛਕੇਗਾ, ਜਲ ਪ੍ਰਵਾਨ ਨਹੀਂ ਕਰੇਗਾ। ਘੋੜੇ ਨੇ ਵੀ ਜਲ ਛਕਣ ਤੋਂ ਇਨਕਾਰ ਕਰ ਦਿੱਤਾ। ਤੇ ਸਾਧ ਸੰਗਤ ਜੀਓ, ਇਸੇ ਤਰ੍ਹਾਂ ਭਾਈ ਰਾਮ ਸਿੰਘ ਗੁਰੂ ਸਾਹਿਬ ਜੀ ਨੇ ਸਮਝਾਇਆ, ਭਾਈ ਇਹ ਨਿਗੋਰਾ ਹੈ ਤੇ ਅਸੀਂ ਇਹਦਾ ਕੋਈ ਵੀ ਭੋਜਨ ਪ੍ਰਸ਼ਾਦਾ ਨਹੀਂ ਛਕਣਾ ਜਦੋਂ ਤੱਕ ਇਹ ਗੁਰੂ ਵਾਲਾ ਨਹੀਂ ਬਣਦਾ। ਤੇ ਸਾਧ ਸੰਗਤ ਜੀਓ, ਜਦੋਂ ਇਹ ਵੀ ਬਚਨ ਸਾਰੇ ਦੱਸੇ ਕਿ ਗੁਰੂ ਸਾਹਿਬ ਦਾ ਬਚਨ ਭਾਈ ਵੀ ਘੋੜੇ ਨੇ ਵੀ ਤੁਹਾਡੇ ਨਗਰ ਦਾ ਜਲ ਨਹੀਂ ਛਕਿਆ, ਤੇ ਇਹ ਬਚਨ ਗੁਰੂ ਸਾਹਿਬ ਦੇ ਹੋਏ ਆ ਤੇ ਭਾਈ ਦਿਆਲ ਦਾਸ ਮਨ ਦੇ ਵਿੱਚ ਬਹੁਤ ਪਛਤਾਵਾ ਕੀਤਾ। ਭਾਈ ਰਾਮ ਸਿੰਘ ਜੀ ਨੇ ਵੀ ਸਮਝਾਇਆ ਕਿ ਭਾਈ ਸਿੱਖ ਉਹੀ ਹੈ ਜੇ ਆਪਣੇ ਗੁਰੂ ਦੇ ਸਨਮੁਖ ਹੋਵੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਆ ਹੋ ਰਹਿ ਗੁਰ ਨਾ ਦੇ। ਸਮਝਾਇਆ ਭਾਈ ਰਾਮ ਸਿੰਘ ਜੀ ਨੇ, ਦੇਖੋ ਇਹ ਸਤਿਗੁਰੂ ਜੀ ਦੀ ਤੇਰੇ ਤੇ ਖੁਸ਼ੀ ਹੈ ਭਾਈ ਦਿਆਲ ਦਾਸ ਜੀ, ਤੈਨੂੰ ਗੁਰਸਿੱਖੀ ਦਾ ਦਾਨ ਦੇ ਰਹੇ ਆ।
ऐसे गुरसिख थोड़े हैं जिन्होंने गुरु साहब ने इस तरह वचन किया, भाई तू अमृत छक। ते साध संगत जी जिन्हां ते आप इन्नी वड्डी कृपा कर दी, इन्नी वड्डी बख्शिश कर दी, ते जेड़ी भी संगत आउंदी ਉਹ ਪ੍ਰਭਾਵਿਤ ਹੁੰਦੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਗੁਰੂ ਕੀ ਬਾਣੀ ਨੂੰ ਸੁਣ ਕੇ, ਤੇ ਬੇਨਤੀ ਕਰਦੀ ਮਹਾਰਾਜ ਮੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਓ। ਤੇ ਫਿਰ ਗੁਰੂ ਸਾਹਿਬ ਉਹਨਾਂ ਦੇ ਨਾਲ ਇਹ ਵਚਨ ਕਰਦੇ ਕਿ ਭਾਈ ਜੇ ਸਮਾਂ ਆਇਆ ਤੇ ਤੁਹਾਨੂੰ ਸੀਸ ਦੇਣਾ ਪਏਗਾ, ਜੇ ਆਪਣਾ ਸੀਸ ਦੇ ਸਕਦੇ ਹੋ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਜੇ ਨਹੀਂ ਦੇ ਸਕਦੇ ਤਾਂ ਨਹੀਂ ਛਕਣਾ। ਭਾਵ गुरसिखी बारीक है। ते साध संगत जी जो वचन है, खन्ने हो तिखी वाल हो निकी, एत मार्ग जाना। खंडे नालों तिखी है, बाल नालों बरीक है, इस राह ते चलना इन्ना सुखैन भी नहीं है। ते जे गुरु कृपा कर देवे, गुरु नूं अरदास कर दईए महाराज तुसी आप किरपा करके विच वरत के निभा दिओ, ते साध संगत ये औखा भी कोई नहीं है। फिर गुरु आप विच वरतदा है ते आपे ही अपनी सेवा कराउंदा है, आपे ही इसनूं निभा लैंदा है। इस तरह भाई दयाल दास जी नूं समझाया, भाई दयाल दास तू भाई भगतू जी दी कुल दे विचों आ, अपने कुल बहुत उच्ची आ, ते आपां गुरु दा वचन मनदे रहे हैं। ते ये तां गुरु साहब दी तेरे ते बहुत वड्डी खुशी दी निशानी आ कि उन्होंने तेरे ताईं वचन किया कि भाई दयाल दास तू निगो रख, तू गुरु वाला बन जा, तेरा पार उतारा करना चाहुंदे आ। तेरे नाल उन्हां दा बहुत ज़्यादा प्रेम है, इसे करके वो चाहते आ भी जदों तक नहीं सिख बनता, नहीं सिंह सजदा, उदों तक इहदा भोजन प्रशादा नहीं छकांगे। ते साध संगत उन्होंने भाई दयाल दास जी ने फिर वचन किया, हुण की तरीका किया जाए। भाई राम सिंह जी कहन लगे जिन्ना भी भोजन प्रशाद तैयार किया सारा गड्डियां ते लदो, ते जिथे भी गुरु साहब जाके रुकणगे आपां रुक जांगे। ਜਦੋਂ गुरु साहब का हुक्म होएगा ਆਪਾਂ ਸੰਗਤਾਂ ਨੂੰ ਵਰਤਾਵਾਂਗੇ। ਤੇ ਕਹਿੰਦੇ ਨੇ ਭਾਈ दयाल दास जी ने लंगर ਜਿਹੜਾ ਸੀ ਗੱਡਿਆਂ ਤੇ ਨਾਲ ਚੁੱਕ ਲਿਆ, ਜਿੱਥੇ गुरु साहब ਜਾਂਦੇ ਆ ਨਾਲ ਜਾਂਦੇ ਆ, ਥੋੜੇ ਉਰੇ ਡੇਰਾ ਕਰ ਲੈਂਦੇ ਆ। ਤੇ ਫਿਰ ਜਦੋਂ ਇਸੇ ਤਰ੍ਹਾਂ ਇੱਕ ਦਿਨ ਬਤੀਤ ਹੋਇਆ, 2 दिन ਬਤੀਤ ਹੋ ਗਏ, ਉਸੇ ਤਰ੍ਹਾਂ ਰੱਖਿਆ ਹੋਇਆ 3 दिन हो गए। कई बार जो ढक्कन चक के देखते आ तो भी की होया, थोड़े थोड़े किरम भी उस दे विच पैदा होने शुरू हो गए। पर उस समय साध संगत जीओ फिर भाई दयाल दास जी ने विचार की कि सतगुरु महाराज मेरे ते खुश है, मेरे ते प्रसन्न हैं, मैनू सिक्खी का दान देना चाहते आ। जे कोई संत, कोई महापुरख, कोई सतगुरु ये दात खुशी की देनी चाहता है तो लै लैनी चाहिए आ, वचन मन लेना चाहिए है। फिर भाई दयाल दास जी चरना चाया महाराज मैनू भी खंडे बाटे का अमृत छका के सिंह सजा दो। फिर गुरु साहब ने खंडे बाटे का अमृत छकाया तो दयाल दास तो उन्हां दा नाम भाई दयाल सिंह गुरु साहब ने रखना किया। इसे तरह समुचे परिवार ने सकिया। भाई राम सिंह होरां ने तो पहला सक लिया सी, तां होर जो भाई तख्तू सिंह वर्गे होर इन्हां परिवार चों सी उन्होंने भी सक लिया सी, पर भाई दयाल दास ते इहदे परिवार रह गए सी, उन्होंने भी छकिया ते गुरु की खुशी प्राप्त की। ते फिर साध संगत जदों ढक्कन चक के देखते आ तां उहदे विच थोड़े थोड़े किरम पए होए सी। पर साध संगत जी जदों गुरु गोबिंद सिंह महाराज के चरणों च बेनती की, महाराज ये लंगर तुहाडे वास्ते लैके आए सां पर इत्थे इस तरह के हो गए ने। पर गुरु साहब का वचन होया कि भाई
ਜੇ ਤੁਸੀਂ ਸ਼ਰਧਾ ਭਾਵਨਾ ਦੇ ਨਾਲ ਲੈ ਕੇ ਆਏ ਹੋ, ਤੁਹਾਡਾ ਸਾਡੇ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ, ਬਚਨ ਮੰਨ ਕੇ ਤੁਸੀਂ ਗੁਰਸਿੱਖੀ ਧਾਰਨ ਕੀਤੀ ਆ, ਤੇ ਇਹ ਭੋਜਨ ਸਾਨੂੰ ਦਿਓ ਪਾ ਕੇ, ਤੇ ਅਸੀਂ ਛਕਾਂਗੇ ਤੇ ਸੰਗਤਾਂ ਵੀ ਛਕਣਗੀਆਂ, ਇਹ ਤੇ ਅੰਮ੍ਰਿਤ ਬਣ ਜਾਏਗਾ। ਸੋ ਸਾਧ ਸੰਗਤ ਜੀ, ਜਦੋਂ ਗੁਰੂ ਸਾਹਿਬ ਨੂੰ ਥੋੜਾ ਪਰੋਸ ਕੇ ਦਿੱਤਾ, ਗੁਰੂ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਇਸ ਭੋਜਨ ਤੇ ਪਈ, ਤੇ ਸਾਧ ਸੰਗਤ ਜੀ ਇਹੀ ਭੋਜਨ ਅੰਮ੍ਰਿਤ ਬਣਿਆ। ਉਹਨਾਂ ਦੀ ਤੇ ਦ੍ਰਿਸ਼ਟੀ ਦੇ ਵਿੱਚ ਵੀ ਅੰਮ੍ਰਿਤ ਹੈ, ਜਿਸ ਤੇ ਕਿਰਪਾ ਕਰ ਦਿੰਦੇ ਆ ਉਹਦੇ ਹਿਰਦੇ ਵਿੱਚ ਵੀ ਅੰਮ੍ਰਿਤ ਪੈਦਾ ਕਰ ਦਿੰਦੇ ਆ। ਇਸ ਕਰਕੇ ਗੁਰੂ ਸਾਹਿਬ ਦੀ ਖੁਸ਼ੀ ਹੋਈ। ਗੁਰੂ ਸਾਹਿਬ ਦੀ ਖੁਸ਼ੀ ਨੂੰ ਦੇਖ ਕਰਕੇ ਸਾਰਿਆਂ ਦੇ ਹਿਰਦੇ ਖਿੜ ਗਏ ਨੇ, ਪ੍ਰਸੰਨਤਾ ਵਿੱਚ ਆ ਗਏ ਨੇ। ਤਾਂ ਉਦੋਂ ਫਿਰ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਉਹ ਬਰਤਨਾਂ 'ਚ ਪਾਇਆ, ਤੇ ਉਹੀ ਇਸ ਤਰ੍ਹਾਂ ਹੋ ਗਿਆ ਜਿਵੇਂ ਕੋਈ ਹੁਣੇ ਭੋਜਨ ਤਿਆਰ ਕੀਤੇ ਹੁੰਦੇ ਆ। ਤੇ ਉਸ ਤੋਂ ਬਾਅਦ ਫਿਰ ਸਾਰੀਆਂ ਸੰਗਤਾਂ ਨੂੰ ਛਕਾਉਣਾ ਕੀਤਾ। ਇਸ ਕਰਕੇ ਭਾਈ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਇਹ ਤਾਂ ਵੱਡੇ ਦੀਆਂ ਵਡਿਆਈਆਂ ਨੇ, ਆਪਾਂ ਕੀ ਕਹਿ ਸਕਦੇ ਹਾਂ। ਪਰ ਸਾਧ ਸੰਗਤ ਦੀ ਜੋ ਮਰਜ਼ਾਦਾ ਗੁਰੂ ਸਾਹਿਬ ਨੇ ਸਾਨੂੰ ਦਰਸਾਈ ਆ, ਜੋ ਬਖਸ਼ਿਸ਼ ਕੀਤੀਆਂ ਨੇ ਦਾਤਾਂ ਕਿ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਆ। ਤੇ ਗੁਰੂ ਸਾਹਿਬ ਜਿਹੜਾ ਵੀ ਕੋਈ ਅੰਮ੍ਰਿਤ ਛਕਦਾ, ਲੋਕ ਪਰਲੋਕ ਦੇ ਵਿੱਚ ਉਹਦੇ ਸਹਾਇਕ ਹੁੰਦੇ ਆ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ ਦੇ ਮਾਂ ਵਾਕਾਂ ਅਨੁਸਾਰ। ਆਪਾਂ ਗੁਰੂ ਚਰਨਾਂ ਨਾਲ ਜੁੜਾਂਗੇ, ਗੁਰੂ ਦਰ ਦੀ ਸੇਵਾ ਕਰਾਂਗੇ, ਤੇ ਗੁਰੂ ਸਾਹਿਬ ਵੀ ਸਾਡੇ ਲੋਕ ਪਰਲੋਕ ਵਿੱਚ ਸਦਾ ਅੰਗ ਸੰਗੇ ਆ ਭੰਗੰ ਵਿਭੂਤੇ ਦੇ ਮਾਂ ਵਾਕਾਂ ਅਨੁਸਾਰ ਆਪ ਸਹਾਇਕ ਹੋਣਗੇ। ਇਸ ਕਰਕੇ ਭਾਈ ਜ਼ਰੂਰ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਆਪਣਾ ਮਨ ਬਣਾਓ, ਗੁਰੂ ਕੀ ਰਹਿਤ ਰੱਖੋ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਸੋ ਵਿਚਾਰ ਕਰਦਿਆਂ ਤੋਂ ਬੇਅੰਤ ਭੁੱਲਾਂ ਦੀ ਖਿਮਾ। ਸਮੂਹ ਸਾਧ ਸੰਗਤ ਤੇ ਸਤਿਗੁਰੂ ਮਹਾਰਾਜ ਬਖਸ਼ਣ ਜੋਗ ਨੇ, ਦਾਸ ਖਿਮਾ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੂਤਰੈ ਪਾਰ। ਜੋ ਸ਼ਰਧਾ ਕਰ ਸਿਮਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸਿਮਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।